ਹੁਣ ਮਹਾਰਾਜ ਤੀਜੇ ਪਾਤਸ਼ਾਹ 110 ਅੰਗ ਤੇ ਅੱਗੇ ਬਖਸ਼ਿਸ਼ ਕਰ ਰਹੇ ਨੇ। ਮਾਝ ਮਹੱਲਾ ਤੀਜਾ। ਘਰ ਪਹਿਲਾ। ਕਰਮ ਹੋਵੈ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ। ਸਤਿਗੁਰੂ ਨੇ ਆਪ ਸਿੱਖੀ ਕਮਾਈ ਹੈ। ਤੀਜੇ ਪਾਤਸ਼ਾਹ ਨੇ, ਸਤਿਗੁਰੂ ਜੀ ਨੇ ਆਪ ਸੇਵਾ ਕੀਤੀ ਹੈ। ਸਤਿਗੁਰੂ ਜੀ ਦੇ ਬਹੁਤ ਸੁੰਦਰ ਉਪਦੇਸ਼ ਨੇ, ਕਿਉਂਕਿ ਗੁਰੂ ਦਾ ਮਿਲਣਾ ਬਹੁਤ ਮੁਸ਼ਕਲ ਹੈ। ਭਾਗਾਂ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਜੀਵ ਨੂੰ। ਸਤਿਗੁਰੂ ਨੂੰ ਪੁੱਛੋ, ਮਹਾਰਾਜ ਸੱਚੇ ਪਾਤਸ਼ਾਹ ਇੰਨੀ ਉਮਰ ਤੱਕ 172 ਸਾਲ ਦੀ ਉਮਰ ਤੱਕ ਕਹਿੰਦੇ ਪੂਰਨ ਗੁਰੂ ਨਾਲ ਲੱਭਿਆ। ਜਦੋਂ ਲੱਭੇ ਤਾਂ ਘਰ ਦੇ ਵਿੱਚ ਹੀ ਮਿਲ ਕੇ ਗੁਰੂ ਅੰਗਦ ਦੇਵ ਮਹਾਰਾਜ। ਫਿਰ ਬਹੁਤ ਸੇਵਾ ਕੀਤੀ ਉਹਨਾਂ ਦੀ। ਫਿਰ ਸ਼ਬਦ ਵਿੱਚ ਸੁਰਤੀ ਜੋੜੀ, ਆਪਣੀ ਗੁਰਤਾ ਗੱਦੀ ਦੇ ਮਾਲਕ ਬਣੇ 84 ਸਾਲ ਦੀ ਉਮਰ 'ਚ। ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਾਝ ਮਹੱਲਾ ਤੀਜਾ। ਮਾਝ ਰਾਗ ਦੇ ਤੀਜੇ ਪਾਤਸ਼ਾਹ ਮਹਾਰਾਜ ਘਰ ਪਹਿਲਾ ਪਹਿਲੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ। ਕਰਮ ਹੋਵੈ ਸਤਿਗੁਰੂ ਮਿਲਾਏ। ਪੂਰਬਲੇ ਸ੍ਰੇਸ਼ਟ ਕਰਮ ਹੋਣ ਤਾਂ ਵਾਹਿਗੁਰੂ ਕਿਰਪਾ ਕਰਕੇ ਸਤਿਗੁਰਾਂ ਦੇ ਨਾਲ ਮਿਲਾਉਂਦੇ ਨੇ। ਕਰਮ ਹੁੰਦੀ ਕਿਰਪਾ ਬਖਸ਼ਿਸ਼। ਫਿਰ ਸਤਿਗੁਰਾਂ ਦੇ ਨਾਲ ਅਕਾਲ ਪੁਰਖ ਮਿਲਾਉਂਦੇ ਆਪਾਂ ਨੂੰ। ਸਤਿਗੁਰੂ ਨਾਲ ਮਿਲ ਕੇ ਫਿਰ ਜਗਿਆਸੂ ਕੀ ਕਰਦਾ? ਸੇਵਾ ਸੁਰਤ ਸ਼ਬਦ ਚਿੱਤ ਲਾਏ। ਫਿਰ ਜਗਿਆਸੂ ਗੁਰ ਸੇਵਾ ਵਿੱਚ ਸੁਰਤ ਜੋੜ ਕੇ ਪਹਿਲਾਂ ਤਾਂ ਚੰਗੀ ਤਰ੍ਹਾਂ ਸੇਵਾ ਕਰਦਾ ਭਾਵਨਾ ਦੇ ਨਾਲ, ਸ੍ਰੇਸ਼ਟ ਪ੍ਰੀਤੀ ਕਰਕੇ ਫਿਰ ਗੁਰ ਸ਼ਬਦ ਵਿੱਚ ਚਿੱਤ ਲਾਉਂਦਾ ਆਪਣਾ। ਸੇਵਾ ਕਰਦਾ, ਫਿਰ ਸੁਰਤ ਸ਼ਬਦ ਵਿੱਚ ਜੋੜਦਾ। ਪਹਿਲਾਂ ਸੇਵਾ ਵਿੱਚ ਸੁਰਤ ਲਾਈ, ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਮਨ ਨਿਰਮਲ ਹੋ ਗਿਆ, ਫਿਰ ਸੁਰਤ ਸ਼ਬਦ ਵਿੱਚ ਜੁੜ ਗਈ ਸੇਵਾ ਕਰਕੇ। ਸੇਵਾ ਸੁਰਤ ਸ਼ਬਦ ਚਿੱਤ ਲਾਏ। ਸੇਵਾ ਵਿੱਚ ਸੁਰਤ ਲਾਉਂਦਾ ਆਪਣੀ, ਤੇ ਸ਼ਬਦ ਵਿੱਚ ਚਿੱਤ ਜੋੜ ਕੇ ਬੈਠਦਾ, ਸ੍ਰੇਸ਼ਟ ਪ੍ਰੀਤੀ ਕਰਦਾ ਉਹਦੇ ਵਿੱਚ। ਕਿਉਂ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਜੀਵ ਦੇ ਉੱਤੇ। ਹਉ ਮੈਂ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾ ਬਣਿਆ। ਜਿਹਨੇ ਹਉਮੈ ਨੂੰ ਮਾਰਿਆ ਨਾ ਮਨ ਦੇ ਅੰਦਰੋਂ, ਅਤੇ ਮਨ ਚੋਂ ਮਾਇਆ ਦੇ ਮੋਹ ਨੂੰ ਚੁਕਾ ਹੀ ਦਿੱਤਾ, ਖਤਮ ਹੀ ਕਰ ਦਿੱਤਾ, ਉਹਨੇ ਸਦਾ ਰਹਿਣ ਵਾਲਾ ਨਿਤ ਸੁਖ ਪ੍ਰਾਪਤ ਕਰ ਲਿਆ। ਸਦਾ ਸੁਖ ਸਰੂਪ ਪਰਮਾਤਮਾ ਨੂੰ ਹੀ ਪ੍ਰਾਪਤ ਕਰ ਲਿਆ ਉਹਨੇ। ਹਉ ਵਾਰੀ ਜਿਉ ਵਾਰੀ ਸਤਿਗੁਰ ਕੈ ਬਲਿਹਾਰਣਿਆ। ਮੈਂ ਸਤਿਗੁਰਾਂ ਤੋਂ ਤਨ ਕਰਕੇ ਵਾਰਨੇ ਜਾਵਾਂ, ਮਨ ਕਰਕੇ ਵਾਰਨੇ ਜਾਵਾਂ, ਬਾਣੀ ਕਰਕੇ ਹੀ ਬਲਿਹਾਰ ਜਾਨਾ ਮੈਂ ਗੁਰਾਂ ਤੋਂ, ਕੁਰਬਾਨ ਜਾਵਾਂ ਗੁਰਾਂ ਤੋਂ। ਜਿਨ੍ਹਾਂ ਨੂੰ ਅਸਲ ਵਿੱਚ ਪਤਾ ਲੱਗ ਜਾਂਦਾ ਉਹੀ ਐਸਾ ਵਾਕ ਕਹਿੰਦੇ ਨੇ। ਦੁਨਿਆਵੀ ਜੀਵਾਂ ਨੂੰ ਨਹੀਂ ਪਤਾ ਲੱਗਦਾ ਇਹਨਾਂ ਚੀਜ਼ਾਂ ਦਾ, ਉਹ ਵਿਚਾਰੇ ਬਹੁਤ ਥੱਲੇ ਥੱਲੇ ਨੇ, ਇਸ ਕਰਕੇ ਉਹਨਾਂ ਨੂੰ ਗਿਆਨ ਨਹੀਂ। ਪਰ ਜਿਨ੍ਹਾਂ ਦੇ ਅੰਦਰ ਕਿਰਪਾ ਹੋ ਜਾਂਦੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ। ਕਿਵੇਂ? ਗੁਰਮਤੀ ਪ੍ਰਗਾਸ ਹੋਆ ਜੀ, ਆਨ ਦਿਨ ਹਰ ਗੁਣ ਗਾਵਣਿਆ ਰਹਾਉ। ਰਾਤ ਦਿਨ ਹਰੀ ਦੇ ਗੁਣ ਗਾਇਨ ਕਰਨ ਨਾਲ ਗੁਰਮਤੀਆਂ ਦੇ ਜੀ ਤੋਂ ਭਾਵ ਮਨ ਵਿੱਚ ਪ੍ਰਗਾਸ ਗਿਆਨ ਹੋਇਆ। ਗੁਰਮਤੀ ਪ੍ਰਗਾਸ ਹੋਆ ਜੀ, ਜੀ ਦੇ ਵਿੱਚ ਆਨ ਦਿਨ ਹਰ ਗੁਣ ਗਾਵਣਿਆ। ਉਹ ਰਾਤ ਦਿਨ ਹਰੀ ਦੇ ਗੁਣਾਂ ਦਾ ਗਾਇਨ ਕਰਦੇ ਰਹਿੰਦੇ ਨੇ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਮਹਾਰਾਜ, ਤਨ ਮਨ ਖੋਜੇ ਤਾਂ ਨਾਉ ਪਾਏ, ਧਾਵਤ ਰਾਖੈ ਠਾਕੁਰ ਹਾਏ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਜੇ ਵਾਹਿਗੁਰੂ ਦਾ ਨਾਮ ਜਪਣਾ ਪਾਵੇ ਤੇ ਵਿਸ਼ਿਆਂ ਵੱਲ ਧਾਵਤ ਦੌੜਦੀਆਂ ਇੰਦਰੀਆਂ ਨੂੰ ਰੋਕ ਕੇ ਰੱਖੇ, ਸੰਕਲਪਾਂ ਵਿੱਚ ਦੌੜਦੇ ਹੋਏ ਮਨ ਨੂੰ ਠਾਕ ਰਹਾਏ ਰੋਕ ਕੇ ਰੱਖੇ, ਤਾਂ ਤਨ ਮਨ ਵਿੱਚ ਹੀ ਪਰਮੇਸ਼ਰ ਨੂੰ ਖੋਜ ਲੈਂਦਾ। ਤਨ ਮਨ ਖੋਜੇ ਧਾਵਤ ਰਾਖੈ ਠਾਕ ਰਹਾਏ ਤਾਂ ਨਾਉ ਪਾਏ, ਤਾਂ ਨਾਮ ਦੀ ਪ੍ਰਾਪਤੀ ਕਰਦਾ। ਕਹਿਣ ਤੋਂ ਭਾਵ ਕਿ ਅਨਵੈ ਕਰਕੇ ਅਰਥ ਲੱਗਣੇ ਨੇ। ਧਾਵਤ ਰਾਖੈ ਠਾਕ ਰਹਾਏ, ਦੌੜਦੇ ਹੋਏ ਮਨ ਨੂੰ ਰੋਕ ਕੇ ਰੱਖੇ ਤੇ ਤਨ ਮਨ ਦੀ ਖੋਜ ਕਰੇ ਤਾਂ ਉਹਦੇ ਵਿੱਚੋਂ ਹੀ ਇਹਨੂੰ ਨਾਮ ਦੀ ਪ੍ਰਾਪਤੀ ਹੁੰਦੀ। ਭਾਵ ਜਿਹੜਾ ਨਾਮ ਸਰੂਪ ਪ੍ਰਕਾਸ਼ ਸਰੂਪ ਹੈ ਨਾਮ, ਤਨ ਮਨ ਨੂੰ ਖੋਜਣਾ ਨਾਮ ਦੇ ਨਾਲ ਹੀ, ਗੁਰ ਮੰਤਰ ਦੇ ਨਾਲ ਖੋਜ ਕਰਨੀ। ਵਾਹਿਗੁਰੂ 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 ਉਹ ਅੱਖਰੀ ਨਾਮ ਹੈ। ਅੱਖਰਾਂ ਤੋਂ ਬਾਅਦ ਪ੍ਰਕਾਸ਼ ਰੂਪ ਨਾਮ ਦੀ ਖੋਜ ਹੋ ਜਾਂਦੀ ਅੰਦਰ। ਅਸਲ ਵਿੱਚ ਨਾਮ ਹੈ, ਹਰੇਕ ਬੰਦੇ ਦਾ ਨਾਮ ਹੈ। ਕਿਸੇ ਬੰਦੇ ਦਾ ਨਾਮ ਹੈ, ਇੱਕ ਨਾਮ ਕਾਗਜ਼ ਤੇ ਲਿਖਿਆ ਹੋਇਆ, ਕਰਮ ਸਿੰਘ ਨਾਮ ਮੰਨ ਲਓ ਲਿਖਿਆ। ਹੁਣ ਇਹ ਨਾਮ ਹੈ, ਇਹ ਬੰਦਾ ਨਹੀਂ, ਇਹ ਤਾਂ ਸਿਰਫ ਨਾਮ ਹੈ। ਜਦੋਂ ਆਪਾਂ ਉਹਨੂੰ ਖੋਜਦੇ ਖੋਜਦੇ ਸਾਹਮਣੇ ਖੜੇ,
ਉਹ ਤਾਂ 6 ਫੁੱਟ ਲੰਮਾ ਹੈ, ਤੇ ਕਰਮ ਸਿੰਘ 5 ਹੀ ਅੱਖਰ ਹੈ ਛੋਟੇ ਜਿਹੇ। ਇਹ ਕੀ ਫਰਕ ਹੈ? ਜਿਵੇਂ ਲਿਖੇ ਹੋਏ ਵਿੱਚ ਤੇ ਉਹਦੇ ਵਿੱਚ ਫਰਕ। ਇਹ ਕਰਮ ਸਿੰਘ, ਮਹਾਰਾਜ ਕਹਿੰਦੇ ਇਹ ਕਰਮ ਸਿੰਘ। ਦੇਖੋ ਵਾਹਿਗੁਰੂ ਦੇ 4 ਅੱਖਰ ਨੇ, ਪਰ ਜਦੋਂ ਉਹ ਆਪ ਮਿਲਦਾ ਤੇ ਆਪਾਂ ਦੇਖ ਕੇ ਹੈਰਾਨ ਹੋ ਜਾਂਦੇ। ਉਹ ਤਾਂ ਸਰਬ ਵਿਆਪਕ ਪ੍ਰਕਾਸ਼ ਸਰੂਪ ਹੈ ਵਾਹਿਗੁਰੂ। ਇਹ 2 ਰੂਪ ਹੋ ਗਏ, ਇੱਕ ਅੱਖਰੀ ਰੂਪ ਹੈ, ਇੱਕ ਉਹਦਾ ਪ੍ਰਕਾਸ਼ ਰੂਪ ਹੈ। ਕਿਉਂ ਮਹਾਰਾਜ ਕਹਿੰਦੇ ਅੰਦਰੋਂ ਖੋਜਦਿਆਂ ਖੋਜਦਿਆਂ ਅਸਲ ਵਿੱਚ ਉਹ 9 ਤੱਕ ਪਹੁੰਚ ਜਾਂਦਾ ਅੰਦਰ, ਜਿੱਥੇ ਹਿਰਦੇ 'ਚ ਨਾਮ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਵਿਸਰਾਮ। ਇਹ ਮਨ ਨੂੰ ਰੋਕ ਕੇ ਰੱਖਣਾ ਪੈਂਦਾ, ਮਨ ਨੂੰ ਰੋਕ ਰੋਕ ਕੇ ਫਿਰ ਉਧਰ ਨੂੰ ਘੁਮਾ ਕੇ ਲਿਜਾਣਾ ਪੈਂਦਾ। ਅੰਦਰ ਨੂੰ ਆ, ਅੰਦਰ ਨੂੰ ਆ। ਮਨ ਪਰਦੇਸੀ ਪਿਆਰੇ ਆਓ ਘਰੇ, ਬਾਹਰ ਕਿੱਥੇ ਫਿਰਦਾ? ਕਿਉਂਕਿ ਜੀਵ ਦਾ ਮਨ ਹਮੇਸ਼ਾ ਬਾਹਰ ਨੂੰ ਹੀ ਜਾਂਦਾ, ਅੰਦਰ ਨੂੰ ਨਹੀਂ ਆਉਂਦਾ। ਜੇ ਕਿਤੇ ਸਮਝਦਾਰ ਹੋ ਜੇ, ਅੰਦਰ ਨੂੰ ਮਨ ਆਉਣ ਲੱਗ ਜੇ, ਬਾਹਰਲੇ ਰੌਲੇ ਹੀ ਮੁੱਕ ਜਾਣ ਸਾਰੇ, ਬਾਹਰਲਾ ਕੰਮ ਖਤਮ ਹੋ ਜਾਂਦਾ। ਫਿਰ ਗੁਰ ਕੀ ਬਾਣੀ ਅਨ ਦਿਨ ਗਾਵੈ, ਸਹਿਜੇ ਭਗਤ ਕਰਾਵਣਿਆ। ਮਹਾਰਾਜ ਕਹਿੰਦੇ ਹੁਣ ਸਾਰਾ ਕੁਝ ਤੁਹਾਨੂੰ ਦੱਸੀਏ ਕਿ ਮਨ ਨੂੰ ਰੋਕਣਾ ਕਿਵੇਂ, ਅੰਦਰ ਖੋਜਣਾ ਕਿਵੇਂ ਹੈ। ਕਹਿੰਦੇ ਜੋ ਸ਼ਰਧਾ ਨਾਲ ਰਾਤ ਦਿਨ ਆਪ ਗੁਰਬਾਣੀ ਨੂੰ ਗਾਈ ਜਾਂਦਾ, ਪੜ੍ਹੀ ਜਾਂਦਾ, ਹੋਰਨਾਂ ਕੋਲੋਂ ਵੀ ਸਹਿਜੇ ਹੀ ਵਾਹਿਗੁਰੂ ਦੀ ਭਗਤੀ ਕਰਾਈ ਜਾਂਦਾ। ਸ਼ਾਬਾਸ਼ ਬਈ, ਸ਼ਾਬਾਸ਼ ਬਈ, ਲੱਗੇ ਰਹੋ, ਇੰਨੇ ਪਾਠ ਕਰੋ, ਇੰਨਾ ਕਰੋ, ਆ ਸਿਮਰਨ ਕਰੋ। ਸੰਸਾਰ ਦੇ ਜੀਵਾਂ ਨੂੰ ਤੋਰਨਾ ਪੈਂਦਾ ਹੌਲੀ ਹੌਲੀ। ਇਹ ਤੁਰਦੇ ਨਹੀਂ ਗੇ, ਬੜੀ ਮੁਸ਼ਕਿਲ ਤੁਰਦੇ ਆ ਉਧਰ ਨੂੰ, ਕਿਉਂਕਿ ਬਚਪਨ ਤੋਂ ਲੈ ਕੇ ਦਿਮਾਗ ਅੰਦਰ ਗੱਲਾਂ ਹੀ ਹੋਰ ਬੜੀਆਂ ਹੋਈਆਂ, ਉਧਰ ਨੂੰ ਜ਼ਿਆਦਾ ਤੁਰਦੇ ਆ। ਇਸ ਕਰਕੇ ਜਿੱਧਰ ਨੂੰ ਜੀ ਕਰੇ ਉਧਰ ਨੂੰ ਭੱਜ ਭੱਜ ਕੇ ਜਾਂਦੇ ਨੇ ਵੀ ਉਹ ਕੰਮ ਕਰਨਾ ਸੀ। ਤੇ ਗੁਰੂ ਘਰ ਵੱਲ ਨੂੰ ਮਸਾਂ ਹੀ ਆਪਾਂ ਖਿੱਚ ਤੁੱਪ ਕੇ ਲੈ ਕੇ ਆਉਣੇ ਆ, ਸ਼ਬਦ ਵੱਲ ਮਸਾਂ ਜੋੜਦੇ ਆ, ਸੰਗਤ ਵੱਲ ਮਸਾਂ ਲਿਆਉਂਦੇ ਆ, ਪ੍ਰੇਰਨਾ ਦਿੰਦੇ ਆ, ਜਪਾਉਂਦੇ ਆ, ਫਿਰ ਖਿਸਕ ਜਾਂਦਾ, ਫਿਰ ਲਿਆਉਂਦੇ ਆ। ਪਰ ਜਦੋਂ ਉਹਨੂੰ ਪ੍ਰਾਪਤੀ ਹੋ ਗਈ ਫਿਰ ਕਹਿੰਦਾ ਵੀ ਅਸੀਂ ਤਾਂ ਭੁੱਲੇ ਭਟਕੇ ਹੀ ਰਹੇ। ਇਹ ਤਾਂ ਬੜੀ ਕਿਰਪਾ ਹੋ ਗਈ ਮਹਾਰਾਜ ਦੀ, ਪਹਿਲਾਂ ਪਤਾ ਹੀ ਨਹੀਂ ਸੀ ਕਿਸੇ ਗੱਲ ਦਾ। ਇੰਨੇ ਜ਼ਿੰਦਗੀ 'ਚ ਅਨੇਕਾਂ ਬੰਦਿਆਂ ਨੂੰ ਖਿੱਚ ਖਿੱਚ ਕੇ ਜੋੜਿਆ। ਹੁਣ ਕਹਿੰਦੇ ਪਹਿਲਾਂ ਪਤਾ ਹੀ ਨਹੀਂ ਸੀ ਹੁੰਦਾ, ਲੜ ਲੜ ਕੇ ਲਾਇਆ ਇੱਧਰ ਨੂੰ। ਸਾਡਾ ਉਸਤਾਦ ਜਿਹੜਾ ਸਾਨੂੰ ਉਠਾਉਂਦਾ ਸੀ ਸਵੇਰੇ, ਉਹਦੇ ਨਾਲ ਸਾਡੀ ਬਹੁਤ ਝੜਪ ਹੁੰਦੀ। ਤੜਕੇ ਉਹਨੇ ਪਾਣੀ ਦੀ ਬਾਲਟੀ ਪਾ ਦੇਣੀ ਸੜਕ ਤੇ, ਫਿਰ ਉਹ ਤੋਂ ਡਰਦੇ ਭੱਜਣਾ, ਨਹਾਉਣਾ ਸੀ। ਉਦੋਂ ਉਹਨੂੰ ਬੁਰਾ ਭਲਾ ਕਹਿਣਾ, ਕਿੱਥੋਂ ਇਹ ਗਲ ਪੈ ਗਿਆ, ਲਹਿੰਦਾ ਨਹੀਂ। ਪਰ ਜਦ ਨਿਤਨੇਮ ਕਰ ਲੈਣਾ ਸਭ, ਫਿਰ ਉਹਨੂੰ ਧੰਨਵਾਦ ਕਰਨਾ ਵੀ ਜੇ ਤੂੰ ਸਵੇਰੇ ਨਾਲ ਠਾਲਦਾ ਸਾਰਾ ਦਿਨ 'ਚ ਨਿਤਨੇਮ ਹੋਣਾ ਨਹੀਂ ਸੀ। ਨਾਮ ਜਪਾਉਣਾ, ਫਾੜੋ ਮਾਲਾ, ਕਰ ਇੰਨੀਆਂ ਮਾਲਾ, ਕਰ ਇੰਨੇ ਪਾਠ। ਉਦੋਂ ਕਹਿੰਦੇ ਸੀ ਇਹ ਪਤਾ ਨਹੀਂ ਕਿਉਂ ਪਾਠ ਕਰਾਈ ਜਾਂਦੇ, ਸਾਰਾ ਦਿਨ ਸਾਨੂੰ ਬਿਠਾ ਛੱਡਦੇ। ਪਰ ਜਦੋਂ ਉਹਦਾ ਫਲ ਮਿਲਦਾ ਤਾਂ ਫਿਰ ਪਤਾ ਲੱਗਦਾ ਵੀ ਇਹ ਤਾਂ ਬਹੁਤ ਵੱਡਾ ਫਲ ਦੇਤਾ। ਇੰਨੇ ਤਾਂ ਅਸੀਂ ਯੋਗ ਵੀ ਨਹੀਂ ਸੀ, ਇਹਨੇ ਲਾਇਕ ਵੀ ਨਹੀਂ ਸੀ ਅਸੀਂ। ਸਤਿਗੁਰੂ ਮਹਾਰਾਜ ਕਹਿੰਦੇ ਗੁਰ ਕੀ ਬਾਣੀ ਰਾਤ ਦਿਨ ਗਾਓ, ਸਹਿਜੇ ਭਗਤੀ ਦੂਜੇ ਨੂੰ ਕਰਾਓ, ਤਨ ਮਨ ਨੂੰ ਖੋਜੋ, ਮਨ ਨੂੰ ਰੋਕ ਕੇ ਰੱਖੋ। ਕਹਿੰਦੇ ਜਿੰਨਾ ਕੁਛ ਤੁਸੀਂ ਬਾਹਰ ਦੇਖਦੇ ਹੋ ਇਹ ਸਾਰਾ ਸਰੀਰ ਵਿੱਚ ਹੀ ਆ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਮਹਾਰਾਜ ਇਹ ਸਰੀਰ ਅੰਦਰ ਕੀ ਕੀ ਹੈ? ਇਸ ਕਾਇਆ ਅੰਦਰ ਵਸਤ ਅਸੰਖਾ, ਗੁਰਮੁਖ ਸਾਚ ਮਿਲੈ ਤਾਂ ਵੇਖਾਂ। ਸ਼ੁਭ ਗੁਣ ਤੇ ਪ੍ਰਤੱਖ ਬੇਅੰਤ ਵਸਤੂਆਂ ਦਾ ਮਾਲਕ ਵਾਹਿਗੁਰੂ ਇਸ ਸਰੀਰ ਦੇ ਅੰਦਰ ਹੀ ਹੈ। ਇਸ ਕਾਇਆ ਅੰਦਰ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਨੇ। ਜੋ ਕੁਝ ਦੇਖਦੇ ਆ ਬਾਹਰ ਸੋਈ ਅੰਦਰ। ਤਿੰਨੇ ਲੋਕ ਆਪਣੇ ਅੰਦਰ ਹੀ ਨੇ। ਇੰਨਾ ਕੁਝ ਆਪਣੇ ਅੰਦਰ ਹੈ ਜਿਹਦੀ ਗਿਣਤੀ ਨਹੀਂ ਕਰ ਸਕਦੇ ਆਪਾਂ। ਪਰ ਕਹਿੰਦੇ ਗੁਰਾਂ ਦੁਆਰੇ ਸੱਚ ਨਾਮ ਮਿਲ ਜਾਵੇ ਤਦ ਉਹਦਾ ਪ੍ਰਮਾਤਮਾ ਦਾ ਵੇਖਣਾ ਹੁੰਦਾ ਅੰਦਰ। ਫੇਰ ਸੰਕਲਪ ਨਾਲ ਹੀ ਸਭ ਕੁਝ ਆਈ ਜਾਂਦਾ, ਕਨੈਕਸ਼ਨ ਹੋ ਜਾਂਦਾ ਅਸਲ ਵਿੱਚ। ਆਮ ਜਿਹਾ ਕੰਪਿਊਟਰ ਪਿਆ ਹੋਵੇ ਘਰੇ, ਉਹ ਨਹੀਂ ਉਨੀ ਗੱਲ। ਇੰਟਰਨੈਟ ਨਾਲ ਜੋੜ ਦਿਓ, ਭਾਵੇਂ ਸਾਰੀ ਦੁਨੀਆ ਕੱਢੀ ਜਾਓ ਵਿੱਚੋਂ, ਇਹੀ ਚੀਜ਼ ਅੰਦਰ ਵੀ ਹੈ ਆਪਣੇ। ਜਦੋਂ ਇੱਕ ਵਾਰ ਅੰਦਰ ਪ੍ਰਕਾਸ਼ ਹੋ ਗਿਆ ਨਾਮ ਦਾ, ਜਿਹਨੂੰ ਮਰਜ਼ੀ ਯਾਦ ਕਰ ਲਓ, ਉਹੀ ਸਾਹਮਣੇ ਖੜ ਜਾਂਦਾ। ਕਿੱਡਾ ਹੀ ਵੱਡਾ ਹੋਵੇ ਉਹਨੂੰ ਆਉਣਾ ਹੀ ਪੈਂਦਾ। ਆਉਂਦਾ ਵੀ ਸੈਕਿੰਡ ਤੋਂ ਪਹਿਲਾਂ, ਇੰਨੀ ਛੇਤੀ ਆਉਣਾ ਪੈਂਦਾ ਉਹਨੂੰ। ਜਿੱਥੋਂ ਗੁਰਮੁਖ ਲੰਘ ਜਾਂਦੇ ਨੇ ਉੱਥੇ ਖੜ ਖੜ ਕੇ ਸਾਰੇ ਜਣੇ ਹੱਥ ਜੋੜ ਜੋੜ ਕੇ ਨਮਸਕਾਰ ਕਰਦੇ ਨੇ। ਆ ਮਨੁੱਖ ਦੀ ਤਾਂ ਗੱਲ ਵੱਖਰੀ ਆ, ਵੱਡੇ ਵੱਡੇ ਦੇਵੀ ਦੇਵਤਾ ਉਹਨੂੰ ਝੁਕ ਜਾਂਦੇ ਨੇ, ਕਿਉਂਕਿ ਉੱਥੇ ਨਾਮ ਦਾ ਵਾਸਾ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਅੱਗੇ ਅੱਗੇ ਵਧਦਿਆਂ ਹੋਇਆਂ ਦੇਖੋ ਕੀ ਕੀ ਮਿਲਦਾ। ਇਸ ਕਾਇਆ ਅੰਦਰ ਵਸਤ ਅਸੰਖਾ ਕਿਹੜੀਆਂ ਕਿਹੜੀਆਂ ਨੇ। 9 ਦਰਵਾਜੇ 10ਵੇਂ ਮੁਕਤਾ, ਅਨਹਦ ਸ਼ਬਦ ਵਜਾਵਣਿਆ। ਜਿਹਨੇ 9 ਦਰਵਾਜੇ ਜਿਹੜੇ 9 ਗੋਲਕਾਂ ਨੂੰ ਰੋਕ ਕੇ, ਨੱਕ ਨੂੰ ਸੁਗੰਧੀ ਵੱਲੋਂ ਰੋਕਿਆ, ਕੰਨਾਂ ਨੂੰ ਸੁਣਨ ਵੱਲੋਂ ਕੁਝ ਵੀ ਨਹੀਂ ਸੁਣਨਾ, ਲੋੜ ਹੀ ਨਹੀਂ। ਬਾਣੀ ਤੇ ਨਾਮ ਤੋਂ ਬਿਨਾਂ ਬਾਕੀ ਸਭ ਛੱਡ ਦਿਓ।
ਮੂੰਹ ਨੂੰ ਰੋਕ ਕੇ ਰੱਖਿਆ, ਜ਼ਬਾਨ ਦੇ ਸਵਾਦ ਨੂੰ ਰੋਕ ਕੇ ਰੱਖਿਆ, ਅੱਖਾਂ ਨੂੰ ਰੋਕ ਕੇ ਰੱਖਿਆ, ਕਾਮ ਕੁੰਡੇ ਨੂੰ ਰੋਕ ਕੇ ਰੱਖਿਆ। ਇਸੇ ਪ੍ਰਕਾਰ ਸਾਰੇ ਸਵਾਦ ਰੋਕ ਲਏ। ਹੱਥਾਂ ਨੂੰ ਵੀ ਰੋਕ ਲਿਆ, ਚਮੜੀ ਨੂੰ ਵੀ ਰੋਕ ਲਿਆ, ਪੈਰਾਂ ਨੂੰ ਵੀ ਰੋਕ ਲਿਆ ਮਾੜੇ ਪਾਸਿਆਂ ਤੋਂ। ਦਸਮ ਦੁਆਰ ਵਿੱਚ ਪ੍ਰਾਣ ਚੜਾ ਲਏ ਉਹਨੇ, ਉਹ ਮੁਕਤ ਰੂਪ ਹੋ ਗਿਆ। ਮਹਾਰਾਜ ਜੀ ਕਹਿੰਦੇ ਨੇ ਚਾਰੇ ਪਾਸਿਓਂ ਰੋਕ ਲਓ, ਰੋਕ ਕੇ ਕਿੱਥੇ ਚੜ ਜਾਓ, ਉੱਪਰ ਨੂੰ ਚੜ ਜਾਓ। ਜਦ ਤੱਕ ਥੱਲੇ ਹੈ, ਜੇ ਆਪਾਂ ਪੈਰਾਂ ਵਿੱਚ ਹੈ ਤਾਂ ਪੈਰ ਕਹਿਣਗੇ ਚੱਲ ਉੱਥੇ, ਚੱਲ ਉੱਥੇ। ਪੈਰਾਂ 'ਚੋਂ ਆਪਣੇ ਆਪ ਨੂੰ ਕੱਢੋ। ਜੇ ਹੱਥਾਂ ਵਿੱਚ ਹੈ ਤਾਂ ਹੱਥ ਛੇੜਾ ਛਾੜ, ਜੇ ਇੱਧਰ ਉੱਧਰ ਐਵੇਂ ਫਜ਼ੂਲ ਦੀਆਂ ਹਰਕਤਾਂ ਕਰੀ ਜਾਣਗੇ, ਇਹਨਾਂ ਵਿੱਚੋਂ ਵੀ ਆਪਣੇ ਆਪ ਨੂੰ ਖਿੱਚ ਲਓ ਬਾਹਰ, ਹੋਰ ਇਕੱਠਾ ਕਰੋ। ਇਸੇ ਤਰ੍ਹਾਂ ਅੱਖਾਂ ਵਿੱਚ ਵੀ ਜੇ ਰਹਿੰਦੇ ਆ ਤਾਂ ਅੱਖਾਂ ਦੇ ਨਾਲ ਫਿਰ ਆਪਾਂ ਇੱਧਰ ਉੱਧਰ ਦੇਖਾਂਗੇ। ਕੰਨਾਂ ਨੂੰ ਵੀ ਬੰਦ ਕਰ ਲਓ। ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ। ਇਸੇ ਰਾਗ ਦੇ ਵਿੱਚ ਅੱਗੇ ਚੱਲ ਕੇ ਦੂਜੇ ਪਾਤਸ਼ਾਹ ਸ਼ਬਦ ਆਉਣਾ, ਅੱਖਾਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ। ਸਾਰੇ ਇੰਦਰੀਏ ਰੋਕ ਲਏ, ਕੰਨ ਵੀ ਬੰਦ, ਮੂੰਹ ਵੀ ਬੰਦ, ਅੱਖਾਂ, ਨੱਕ, ਭਾਵ ਇਹਨਾਂ ਇੰਦਰੀਆਂ ਦੇ ਸਾਰੇ ਵਿਸ਼ੇ ਜਿਹੜੇ ਹੁੰਦੇ ਨੇ ਸਵਾਦ ਲੈਣੇ ਬੰਦ ਕਰਕੇ, ਮਨ ਨੂੰ ਵੀ ਦੌੜਨੋਂ ਰੋਕ ਕੇ ਉੱਪਰ ਨੂੰ ਲੈ ਗਏ। ਦਸਮ ਦੁਆਰ ਵੱਲ ਨੂੰ, ਜਿੱਥੇ ਨੱਕ ਦੀ ਜੜ ਦੇ ਵਿੱਚ ਆਗਿਆ ਚੱਕਰ ਹੈ, ਇੱਧਰ ਨੂੰ ਚੜਾ ਲਿਆ। ਅੱਗੇ ਤ੍ਰਿਕੁਟੀ 'ਚ ਚਲਿਆ ਗਿਆ, ਤ੍ਰਿਕੁਟੀ 'ਚੋਂ ਅੱਗੇ ਦਸਮ ਦੁਆਰ ਵੱਲ ਨੂੰ ਵਧਾਇਆ। ਅਨਹਦ ਸ਼ਬਦ ਵਜਾਵਣਿਆ, ਉਹਨੂੰ ਫਿਰ ਅਨਹਦ ਹੁੰਦਾ ਇੱਕ ਰਸ। ਦਸਮ ਦੁਆਰ ਦੇ ਤਤ ਤੰਤੀ ਆਦਿਕ ਸਾਰੇ ਹੀ ਸ਼ਬਦ ਵੱਜ ਕੇ ਸੁਣਦੇ ਨੇ। ਤਤ ਤੰਤੀ ਬਿਤ ਚਰਮ ਕਾ ਕਨਕਾਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹਿਤ ਸਵਾਸ ਸੁਖਰ ਪਹਿਚਾਨ। ਜਦੋਂ ਤੱਕ ਸਾਡਾ ਮਨ ਅੱਖਾਂ ਰਾਹੀਂ ਬਾਹਰ ਨੂੰ ਭੱਜਿਆ ਫਿਰਦਾ, ਕੰਨਾਂ ਰਾਹੀਂ ਭੱਜਿਆ ਫਿਰਦਾ, ਜ਼ੁਬਾਨ ਨਾਲ ਭੱਜਿਆ ਫਿਰਦਾ, ਸ਼ਬਦ ਸਪਰਸ਼ ਰਸ ਰੂਪ ਗੰਧ ਵਿੱਚ ਫਸਿਆ ਹੋਇਆ, ਵਿਕਾਰਾਂ ਵਿੱਚ ਫਸਿਆ ਹੋਇਆ, ਉਦੋਂ ਤੱਕ ਦਰਸ਼ਨ ਨਹੀਂ ਹੋਣੇ। ਇਹਨਾਂ ਸਾਰਿਆਂ ਨੂੰ ਰੋਕ ਕੇ ਇੱਕ ਰਸ ਟਿਕਾ ਕੇ ਉੱਪਰ ਨੂੰ ਚੜ੍ਹਨਾ, ਸ਼ਬਦ ਅਤੇ ਸੁਰਤ ਦਾ ਮਿਲਾਪ। ਜਦੋਂ ਕਹਾਂਗੇ ਇੱਕ ਓੰਕਾਰ, ਉਹ ਓੰਕਾਰ ਊਰਧਮੁਖ ਬਿਰਤੀ ਲੈ ਕੇ ਜਾਂਦਾ ਉੱਪਰ ਨੂੰ, ਦਸਮ ਦੁਆਰ ਵੱਲ ਨੂੰ ਲੈ ਜਾਂਦਾ ਹੈ। ਥੱਲੇ ਵਾਲਾ ਸਰੀਰ ਛੱਡ ਦੇਣਾ। ਥੱਲੇ ਵਾਲੇ ਸਰੀਰ ਵਿੱਚੋਂ ਭੁੱਲ ਜਾਓ ਕਿ ਥੱਲੇ ਸਰੀਰ ਹੈ। ਉਦੋਂ ਬਾਜੇ ਵੱਜ ਪੈਂਦੇ ਨੇ। ਜਿਹਨੇ ਅਨਹਦ ਇੱਕ ਰਸ ਗੁਰਾਂ ਦੇ ਸ਼ਬਦ ਨੂੰ ਵਜਾਵਣਿਆਂ ਤੋਂ ਭਾਵ ਉਚਾਰ ਕੇ 9 ਦਰਵਾਜ਼ੇ 9 ਗੋਲਕਾਂ ਵਿੱਚ 10 ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਲਿਆ, ਉਹ 10ਵੇਂ ਰੂਪ ਪਰਮੇਸ਼ਰ ਨੂੰ ਪਾ ਕੇ ਮੁਕਤ ਹੋਇਆ। ਅਤੇ ਅਨਹਦ ਹੱਦ ਤੋਂ ਰਹਿਤ ਜੋ ਸ਼ਬਦ ਬ੍ਰਹਮ ਹੈ, ਉਹਨੂੰ ਵਜਾਵਣਿਆਂ ਤੋਂ ਭਾਵ ਪ੍ਰਗਟ ਹੋ ਗਿਆ। ਉਹਨੂੰ ਇੱਕ ਰਸ ਸ਼ਬਦ ਸਰਵਣ ਹੁੰਦਾ, ਕੀਰਤਨ। ਬੈਠੇ ਕੀਰਤਨ ਸੁਣੀ ਜਾਂਦਾ, ਸੁੱਤਿਆਂ ਪਿਆਂ ਵੀ ਸੁਣੀ ਜਾਂਦਾ, ਬਹੁਤ ਸਾਰੀਆਂ ਚੀਜ਼ਾਂ ਵੱਜਦੀਆਂ ਸੁਣਦੀਆਂ ਨੇ, ਰਸ ਆਉਂਦਾ, ਬਹੁਤ ਕੁਛ ਹੁੰਦਾ। ਫਿਰ ਅੱਗੇ ਜਾ ਕੇ ਆਪ ਸਤਿਗੁਰੂ ਕਿੰਨਾ ਕੁ ਦੱਸਦੇ ਨੇ, ਉਹ ਸਰਵਣ ਕਰਦੇ ਆ। ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦੀ ਮਨ ਵਸਾਈ। ਉਹ ਸਾਹਿਬ ਸੱਚਾ ਹੈ, ਉਹਦੀ ਜਿਹੜੀ ਨਾਈ ਤੋਂ ਭਾਵ ਵਡਿਆਈ ਮਹਿਮਾ ਵੀ ਸੱਚੀ ਹੈ। ਗੁਰਾਂ ਦੀ ਕਿਰਪਾ ਨਾਲ ਉਹ ਵਡਿਆਈ ਮਨ ਵਿੱਚ ਆ ਕੇ ਮਾਨਣ ਕਰਕੇ ਫਿਰ ਵਸ ਜਾਂਦੀ। ਜਦੋਂ ਗੁਰਾਂ ਦੀ ਕਿਰਪਾ ਹੋ ਜਾਂਦੀ ਹੈ, ਅੰਦਿਨ ਸਦਾ ਰਹਿ ਰੰਗ ਰਾਤਾ, ਦਰ ਸੱਚਾ ਸੋਝੀ ਪਾਵਣਿਆ। ਜੋ ਰਾਤ ਦਿਨ ਸਦਾ ਰੰਗ ਵਿੱਚ ਰੰਗਿਆ ਰਹਿੰਦਾ, ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ, ਉਹ ਆਪਣੇ ਅੰਦਰੋਂ ਹੀ ਸੱਚੇ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ। ਸੱਚਾ ਕਿਤੇ ਬਾਹਰੋਂ ਤਾਂ ਨਹੀਂ ਆਉਣਾ, ਸੱਚਾ ਤਾਂ ਅੰਦਰ ਹੀ ਬੈਠਾ। ਮਹਾਰਾਜ ਕਹਿੰਦੇ ਪਰ ਤੂੰ ਹੀ ਬਾਹਰ ਦੌੜਿਆ ਫਿਰਦਾ, ਸੱਚਾ ਅੰਦਰ ਬੈਠਾ। ਕੋਈ ਗੈਸਟ ਘਰੇ ਆ ਜੇ, ਉਹਨੂੰ ਘਰੇ ਬਿਠਾ ਕੇ ਆਪਾਂ ਬਾਹਰ ਦੌੜ ਜਾਈਏ, 4 ਦਿਨਾਂ ਬਾਅਦ ਮੁੜੀਓ ਆਖੇ ਚੰਗਾ ਬੰਦਾ ਮੈਂ ਮਿਲਣ ਆਇਆ, ਉਹ ਕਹਿੰਦੇ ਮੈਂ ਤੈਨੂੰ ਬਾਹਰ ਲੱਭਦਾ ਫਿਰਦੇ, ਕਹਿੰਦੇ ਮੈਂ ਤਾਂ ਘਰ ਹੀ ਬੈਠਾ। ਇਹਦਾ ਮਤਲਬ ਇਹ ਹੋ ਕੀ ਗਿਆ, ਹਿਰਦੇ 'ਚ ਪ੍ਰਮਾਤਮਾ ਬੈਠਾ ਤੇ ਬੰਦਾ ਬਾਹਰ ਲੱਭਦਾ ਫਿਰਦਾ। ਸੱਚੇ ਦਰ ਸਤਸੰਗਤ ਦੁਆਰਾ ਸੱਚੇ ਦਾ ਗਿਆਤ ਪ੍ਰਾਪਤ ਹੋਣਾ ਸੀ। ਸਤਸੰਗਤ ਨੂੰ ਤਾਂ ਦੇਖਣਾ ਹੀ ਨਹੀਂ ਚਾਹੁੰਦਾ, ਸਤਸੰਗਤ ਵਿੱਚ ਬਹਿਣਾ ਨਹੀਂ ਚਾਹੁੰਦਾ, ਭਜਦਾ ਪਰੇ ਨੂੰ। ਮਹਾਰਾਜ ਇਹ ਬੰਦੇ ਨੂੰ ਕੀ ਹੋਇਆ, ਸੱਚੇ ਪਾਤਸ਼ਾਹ ਦੱਸੋ, ਇਹ ਕਿਉਂ ਇਹੋ ਜਿਹੇ ਕੰਮ ਕਰਦਾ? ਸਤਿਗੁਰੂ ਕਹਿੰਦੇ ਇਹ ਜਿਹੜਾ ਬੰਦਾ ਨਾ, ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜਾ ਲਾਗੀ ਭਰਮ ਭੁਲਾਣੀ। ਕਹਿੰਦੇ ਇਹ ਜਿਹੜੇ ਲੋਕ ਨੇ, ਇਹਨਾਂ ਨੇ ਨਾ ਤਾਂ ਪਾਪ ਦੀ ਸਾਰ ਲਈ, ਕੀ ਖਬਰ ਪਾਪ ਹੁੰਦਾ ਕੀ ਆ ਤੇ ਪੁੰਨ ਕੀ ਹੁੰਦਾ, ਇਹ ਦੋਨੋਂ ਗੱਲਾਂ ਬਾਰੇ ਸਮਝ ਨਹੀਂ ਸਕਦੇ। ਪਾਪ ਪੁੰਨ ਜਦ ਤੱਕ ਸਮਝ ਨਹੀਂ ਲੱਗਦੀ, ਉਦੋਂ ਤੱਕ ਆਪਾਂ ਨਾ ਤੇ ਪਾਪ ਦਾ ਪਤਾ ਲੱਗਦਾ, ਨਾ ਪੁੰਨ ਦਾ ਪਤਾ ਲੱਗਦਾ। ਫਿਰ ਉਦੋਂ ਤੱਕ ਆਪਾਂ ਤੋਂ ਹੁੰਦੇ ਹੀ ਰਹਿੰਦੇ ਨੇ ਇਹ, ਕਿਉਂਕਿ ਉਹਨਾਂ ਦੀ ਬੁੱਧੀ ਭਰਮ ਵਿੱਚ ਭੁੱਲੀ ਹੋਈ, ਈਰਖਾ ਭਾਵਨਾ ਦਵੈਸ਼ ਵਿੱਚ ਲੱਗੀ ਹੋਈ, ਦੁਜੈਗੀ ਵਿੱਚ ਲੱਗੀ ਹੋਈ, ਪਰਮੇਸ਼ਰ ਨੂੰ ਛੱਡ ਕੇ ਮਾਇਆ ਵਿੱਚ ਲੱਗੀ ਹੋਈ ਹੋਣ ਕਰਕੇ ਉਹ ਖਬਰ ਜਾਣ ਹੀ ਨਹੀਂ ਸਕਦੇ। ਪਾਪ ਪੁੰਨ ਕੀ ਤੈਂ ਸਾਰ ਨਾ ਜਾਣੀ।
ਹੁਣ ਪਾਪ ਪੁੰਨ ਦੀ ਖਬਰ ਹੀ ਨਹੀਂ ਜਾਣੀ ਕਿ ਪਾਪ ਕੀ ਹੈ ਤੇ ਪੁੰਨ ਕੀ। ਪਾਪ ਉਹ ਕਰਮ ਹੈ ਜਿਹੜਾ ਗੁਰੂ ਤੋਂ ਉਲਟ ਚੱਲੇ। ਜੇ ਗੁਰੂ ਨੇ ਇਹ ਕਿਹਾ ਨਹੀਂ ਕਰਨਾ ਤੇ ਇਹ ਨਹੀਂ ਕਰਨਾ ਤਾਂ ਪਾਪ ਹੈ। ਉਹ ਕਰਮ ਪੁੰਨ ਹੈ ਜਿਹੜਾ ਗੁਰੂ ਸਾਹਿਬ ਕਹਿੰਦੇ ਆਹ ਕਰੋ ਭਾਈ, ਅੱਛਾ ਜੀ ਇਹ ਪੁੰਨ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਨ੍ਹਾਂ ਨੇ ਬਾਣੀ ਪੜ੍ਹੀ ਹੈ, ਰਹਿਤ ਰੱਖੀ, ਸਾਰਾ ਉਹ ਕੁਝ ਪੁੰਨ ਹੀ ਪੁੰਨ ਹੈ ਜੋ ਗੁਰੂ ਸਾਹਿਬ ਨੇ ਕਿਹਾ ਸੀ। ਉਹ ਕੁਝ ਪਾਪ ਹੀ ਪਾਪ ਹੈ ਜੋ ਗੁਰੂ ਨੇ ਕਿਹਾ ਨਹੀਂ ਤੇ ਆਪਾਂ ਕੀਤਾ। ਇਸ ਚੀਜ਼ ਨੂੰ ਜਦੋਂ ਕੋਈ ਸਿੱਖ ਸਮਝ ਜਾਂਦਾ ਉਹ ਭਰਮ ਵਿੱਚੋਂ ਨਿਕਲ ਆਉਂਦਾ। ਪਰ ਇਹ ਜੀਵ ਸਤਿਗੁਰੂ ਕਹਿੰਦੇ ਭਰਮ ਵਿੱਚ ਮਹਾਰਾਜ ਇਹ ਕਿਉਂ ਪੈ ਗਏ, ਪਾਪ ਪੁੰਨ ਕਿਉਂ ਕਰੀ ਜਾਂਦਾ। ਸਤਿਗੁਰੂ ਕਹਿੰਦੇ ਕਿਉਂਕਿ ਅਗਿਆਨੀ ਅੰਧਾ ਮਗ ਨਾ ਜਾਣੈ, ਫਿਰ ਆਵਣ ਜਾਵਣਿਆ। ਇਹ ਅੰਨਾ ਅਗਿਆਨੀ ਜਿਹੜਾ ਨਾ ਜੀਵ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਤਾਂ ਜਾਣਦਾ ਨਹੀਂ, ਇਸ ਲਈ ਮੁੜ ਮੁੜ ਕੇ ਬਾਰ-ਬਾਰ ਜੰਮਦਾ ਮਰਦਾ ਰਹਿ। ਨਿਆਣੇ ਵਾਂਗੂ ਜਿੱਦ ਫੜੀ ਹੋਈ, ਨਹੀਂ ਮੈਂ ਆਪੇ ਕਰ ਲੂੰ, ਮੈਨੂੰ ਪਤਾ, ਮੈਨੂੰ ਗਿਆਨ ਹੈ। ਕੀ ਗਿਆਨ ਹੈ? ਕੁਛ ਵੀ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਹੀ ਤਾਂ ਇਹ ਨਾ ਤਾਂ ਇਹਦੇ ਮਨ ਬੁੱਧ ਰੂਪੀ ਨੇਤਰ ਨੇ, ਉਹ ਵੀ ਅੰਨੇ ਹੋਏ ਪਏ ਨੇ, ਕੁਝ ਭਰਮ ਦੇ ਫੋਲੇ ਪੈ ਗਏ ਨੇ, ਨਾ ਹੀ ਇਹਦੇ ਅੰਦਰ ਵਿਰਾਗ ਤੇ ਵਿਵੇਕ ਦੇ ਕੰਨ ਨੇ, ਸੁਣ ਕੇ ਰਾਜੀ ਨਹੀਂ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਅਗਿਆਨਤਾ ਵਿੱਚ ਹੀ ਰਹਿੰਦਾ। ਫਿਰ ਮਹਾਰਾਜ ਇਹਦਾ ਇਲਾਜ ਹੁਣ ਤੁਸੀਂ ਆਪ ਕਿਰਪਾ ਕਰਕੇ ਦੱਸੋ। ਗੁਰ ਸੇਵਾ ਤੇ ਸਦਾ ਸੁਖ ਪਾਇਆ, ਹਉਮੈ ਮੇਰਾ ਠਾਕ ਰਹਾਇਆ। ਕਹਿੰਦੇ ਜਿਨ੍ਹਾਂ ਨੇ ਗੁਰ ਸੇਵਾ ਕਰਕੇ ਹੰਗਤਾ ਤੇ ਮਮਤਾ ਤੇ ਮੇਰ ਤੇ ਤੇਰ ਨੂੰ ਠਾਕ ਲਿਆ, ਰੋਕ ਲਿਆ, ਹੁਣ ਉਹਨਾਂ ਨੇ ਸਦਾ ਸੁਖ ਸਰੂਪ ਨਿਤ ਸੁਖ ਅਰਥਾਤ ਕਹਿਣ ਤੋਂ ਭਾਵ ਕਿ ਉਹਨਾਂ ਨੇ ਆਤਮਿਕ ਸੁਖ ਪ੍ਰਾਪਤ ਕਰ ਲਿਆ, ਉਹਨਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ। ਕਹਿੰਦੇ ਸੇਵਾ ਦੀ ਕੀ ਲੋੜ ਹੈ? ਸਤਿਗੁਰੂ ਕਹਿੰਦੇ ਗੁਰ ਸੇਵਾ ਦੀ ਤਾਂ ਲੋੜ ਬਹੁਤ ਜ਼ਿਆਦਾ ਹੈ। ਜਿਨ੍ਹਾਂ ਨੇ ਇਹ ਪ੍ਰਾਪਤੀ ਕਰਨੀ ਹੈ ਉਹਨਾਂ ਨੇ ਆਪਣੇ ਮਨ ਨੂੰ ਰੋਕਣਾ ਜੋ ਹੋਇਆ। ਮਨ ਇਕੱਲੇ ਆਪਾਂ ਰੋਕ ਨਹੀਂ ਸਕਦੇ ਕਿਉਂਕਿ ਮਨ ਪਾਵਰਫੁੱਲ ਬਹੁਤ ਜ਼ਿਆਦਾ ਹੈ, ਇਹ ਨਹੀਂ ਰੁਕਦਾ ਕਿਸੇ ਤੋਂ। ਇਹ ਸਤਿਗੁਰ ਦੀ ਸੇਵਾ ਕਰ ਕਰਕੇ, ਕੋਲ ਬੇਨਤੀਆਂ ਕਰ ਕਰਕੇ, ਮਹਾਰਾਜ ਮੇਰਾ ਮਨ ਤਾਂ ਮੇਰੇ ਕਾਬੂ 'ਚ ਹੀ ਨਹੀਂ ਆਉਂਦਾ। ਮਹਾਰਾਜ ਸੱਚੇ ਪਾਤਸ਼ਾਹ ਫਿਰ ਇਹ ਮਨ ਨੂੰ ਕਾਬੂ 'ਚ ਕਰਵਾ ਦਿੰਦੇ ਨੇ ਸਿੱਖ ਦੇ। ਮਹਾਰਾਜ ਸੱਚੇ ਪਾਤਸ਼ਾਹ ਵੀ ਕੋਲ ਬਿਠਾ ਕੇ ਸਿੱਖਿਆ ਦਿੰਦੇ ਨੇ ਜੀਵ ਨੂੰ। ਗੁਰ ਸਾਖੀ ਬਿਟਿਆ ਅੰਧਿਆਰਾ, ਬੱਜਰ ਕਪਾਟ ਖੁੱਲਾ ਬਣਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹ ਸੇਵਾ ਕਰਕੇ ਹਉਮੈ ਮੇਰੀ ਤੇਰੀ ਰੋਕ ਕੇ, ਸਭ ਰੋਕ ਕੇ, ਫਿਰ ਗੁਰਾਂ ਦੀ ਸਿੱਖਿਆ ਕਰਕੇ ਉਹਨਾਂ ਦਾ ਅਗਿਆਨ ਰੂਪ ਹਨੇਰਾ ਮਿਟ ਗਿਆ। ਅਗਿਆਨਤਾ ਦਾ ਹਨੇਰਾ ਅੰਦਰੋਂ ਮਿਟਿਆ, ਅੱਖਾਂ ਖੁੱਲੀਆਂ, ਅੰਧਰਾਤਾ ਦੂਰ ਹੋਇਆ ਅਤੇ ਬੱਜਰ ਵਾਂਗ ਜੜੇ ਹੋਏ ਪੰਜਾਂ ਕੋਸ਼ਾਂ ਰੂਪ ਕਪਾਟ ਜਿਹੜੇ ਤਖਤੇ ਸੀ ਉਹ ਖੁੱਲ੍ਹ ਗਏ। ਹੁਣ ਉਹ ਜਿਹੜਾ ਕਹਿੰਦਾ ਸੀ ਮੈਂ ਸਰੀਰ ਹਾਂ, ਇਹ 'ਚੋਂ ਕੱਢਿਆ ਪਹਿਲਾਂ ਤਾਂ ਅੰਨਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਇਹਨਾਂ ਸਾਰਿਆਂ ਕੋਸ਼ਾਂ 'ਚੋਂ ਕੱਢ ਲਿਆ ਬਾਹਰ। ਗੁਰੂ ਦੀ ਸਿੱਖਿਆ ਕਰਕੇ ਇਸ ਹਨੇਰੇ 'ਚੋਂ ਬਾਹਰ ਨੂੰ ਆਇਆ। ਬਹੁਤ ਮੁਸ਼ਕਲ ਨਾਲ ਸਮਝਾ ਕੇ ਲਿਆਉਣਾ ਪੈਂਦਾ ਇਹਨੂੰ। ਹਉਮੈ ਮਾਰ ਮਨ ਵਸਾਇਆ, ਗੁਰ ਚਰਨੀ ਸਦਾ ਚਿਤ ਲਾਇਆ। ਗੁਰਮੁਖਾਂ ਨੇ ਹੰਗਤਾ ਮਮਤਾ ਨੂੰ ਮਾਰ ਕੇ ਨਾਮ ਨੂੰ ਮਨ ਵਿੱਚ ਵਸਾ ਲਿਆ। ਫਿਰ ਮਨ ਨੂੰ ਵਸੀਕਾਰ ਕਰ ਲਿਆ, ਆਪਣੇ ਕਾਬੂ 'ਚ ਕਰ ਲਿਆ ਹੌਲੀ ਹੌਲੀ। ਉਹਨਾਂ ਨੇ ਕੀ ਕੀਤਾ? ਗੁਰਾਂ ਦੇ ਚਰਨਾਂ ਨਾਲ ਸਦਾ ਹੀ ਚਿੱਤ ਨੂੰ ਜੋੜ ਕੇ ਰੱਖਿਆ। ਜਦੋਂ ਗੁਰਾਂ ਦੀ ਕਿਰਪਾ ਨਾਲ ਚਿੱਤ ਜੁੜ ਗਿਆ ਤੇ ਫਿਰ ਆਪਣੇ 'ਚ ਪਾਵਰ ਆ ਗਈ ਮਨ ਨੂੰ ਰੋਕਣ ਦੀ। ਵੈਸੇ ਨਹੀਂ ਸੀ ਆਉਣੀ, ਗੁਰੂ ਸਾਹਿਬ ਦੀ ਇੰਨੀ ਕਿਰਪਾ ਹੋ ਗਈ ਕਿ ਹੁਣ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ, ਤਾਕਤ ਨਾਲ, ਉਹਦੀ ਕਲਾ ਨਾਲ ਆਪਣੇ ਮਨ ਦੇ ਉੱਤੇ ਕੰਟਰੋਲ ਕਰਨਾ ਸਿੱਖ ਗਏ ਹਾਂ, ਕਾਬੂ ਪਾਉਣਾ ਸਿੱਖ ਗਿਆ ਮਨ ਦੇ ਉੱਤੇ। ਹੁਣ ਮਨ ਬਾਹਰ ਨੂੰ ਨਹੀਂ ਜਾਂਦਾ, ਹੁਣ ਮਨ ਟਿਕਣ ਲੱਗ ਪਿਆ। ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਤੇ ਆਵਣਿਆ। ਗੁਰਾਂ ਦੀ ਕਿਰਪਾ ਨਾਲ ਉਹਨਾਂ ਦਾ ਮਨ ਤਨ ਸ਼ੁੱਧ ਹੋ ਗਿਆ। ਉਸ ਵੇਲੇ ਉਹ ਫਿਰ ਕੀ ਕਰਦੇ ਨੇ? ਹਰ ਵਕਤ ਹੀ ਫਿਰ ਸਿਮਰਨ ਦੇ ਵਿੱਚ ਨਿਰਮਲ ਨਾਮ ਨੂੰ ਧਿਆਉਣ ਵਿੱਚ ਲੱਗੇ ਰਹਿੰਦੇ ਨੇ। ਕਿਉਂਕਿ ਨਿਰਮਲ ਹੋ ਗਿਆ ਜਦੋਂ ਮਨ, ਤਾਂ ਫਿਰ ਨਿਰਮਲ ਨਾਮ ਨੂੰ ਧਿਆਉਂਦੇ ਨੇ। ਨਿਰਮਲ ਨਾਮ ਨੂੰ ਕਿਉਂ ਧਿਆਉਂਦੇ ਨੇ? ਕਹਿੰਦੇ ਦੁਬਾਰਾ ਨਾ ਮੈਲ ਲੱਗ ਜੇ ਕਿਤੇ ਮੇਰੇ ਮਨ ਨੂੰ, ਨਾਮ ਨਾਲ ਮੈਂ ਸੇਫਟੀ ਰੱਖਾਂ ਆਪਣੇ ਮਨ ਦੀ। ਇੱਕ ਵਾਰ ਤਾਂ ਸਤਿਗੁਰੂ ਕਹਿੰਦੇ ਸ਼ੁੱਧ ਕਰ ਦਿੱਤਾ, ਹੁਣ ਤੂੰ ਨਾਮ ਜਪ ਕੇ ਇਹਨੂੰ ਸ਼ੁੱਧ ਰੱਖਣਾ। ਦੇਖੀ ਕਿਤੇ ਫੇਰ ਕਿਤੇ ਡੋਲ ਜਾਏ, ਡਿੱਗ ਪਵੇਂ, ਧਿਆਨ ਰੱਖੀ ਆਪਣਾ। ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰ ਕਿਰਪਾ ਕਰਕੇ ਟਿਕਾ ਦਿੰਦੇ ਨੇ ਮਨ ਨੂੰ। ਇਕਾਗਰਤਾ ਨੂੰ ਫਿਰ ਆਪਾਂ ਆਪ ਬਣਾ ਕੇ ਰੱਖਣਾ। ਜੀਵਨ ਮਰਨਾ ਸਭ ਤੁਧੈ ਤਾਈ, ਜਿਸ ਬਖਸ਼ੇ ਤਿਸ ਦੇ ਵਡਿਆਈ। ਮਹਾਰਾਜ ਕਹਿੰਦੇ ਵਾਹਿਗੁਰੂ ਗੁਰਮੁਖਾਂ ਦਾ ਜਿਉਣਾ ਮਰਨਾ ਸਾਰਾ ਤੇਰੇ ਤਾਈ, ਤੇਰੇ ਗੋਚਰਾ ਹੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ,
ਜੇ ਤੇਰੇ ਨਾਮ ਨੂੰ ਜਪਦੇ ਰਹਿਣ ਤਾਂ ਜਿਉਂਦੇ ਨੇ। ਹੁਣ ਉਹਨਾਂ ਦੀ ਆਦਤ ਬਣ ਗਈ, ਖੁਰਾਕ ਨਾਮ ਬਣ ਗਈ। ਜੇ ਤੇਰਾ ਨਾਮ ਭੁੱਲ ਜਾਏ ਤਾਂ ਗੁਰਮੁਖਾਂ ਦਾ ਮਰਨਾ ਹੁੰਦਾ। ਜਿਨ੍ਹਾਂ ਨੇ ਜੀਵਤ ਭਾਵ ਤੋਂ ਮਰਨਾ ਕੀਤਾ ਉਹ ਸਾਰੇ ਤੁਧੇ ਤਾਈਂ ਤੇਰੇ ਤਾਈਂ ਪ੍ਰਾਪਤ ਹੋ ਗਏ, ਤੇਰੇ ਤੱਕ ਪਹੁੰਚ ਗਏ ਨੇ। ਉਹਨਾਂ ਉੱਤੇ ਜਿਹਨੂੰ ਆਪ ਬਖਸ਼ਦੇ ਹੋ ਉਹਨੂੰ ਆਪ ਨਾਮ ਦੀ ਵਡਿਆਈ, ਪ੍ਰਤੱਖ ਵਡਿਆਈ ਦੇ ਦਿੰਦੇ ਹੋ। ਦੁਨੀਆ ਅੰਦਰ ਵੀ ਵਡਿਆਈ ਹੈ, ਨਾਮ ਦੀ ਵਡਿਆਈ ਵੀ ਹੈ। ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਣਿਆ। ਮਹਾਰਾਜ ਫਰਮਾਉਂਦੇ, ਬੰਦਿਆ ਤੂੰ ਵੀ ਸਦਾ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰ, ਤਾਂ ਤੂੰ ਆਪਣੇ ਜਨਮ ਮਰਨ ਨੂੰ ਤੂੰ ਵੀ ਸੰਵਾਰ ਲਏਗਾ। ਤੇਰੇ ਉੱਤੇ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਏਗੀ। ਫਿਰ ਮਾਝ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਮਾਝ ਰਾਗ ਚ ਬਖਸ਼ਿਸ਼ ਕਰਦੇ ਨੇ। ਮੇਰਾ ਪ੍ਰਭ ਨਿਰਮਲ ਲਗਮ ਅਪਾਰਾ, ਬਿਨ ਤੱਕੜੀ ਤੋਲੇ ਸੰਸਾਰਾ। ਮੇਰਾ ਵਾਹਿਗੁਰੂ ਪ੍ਰਮਾਤਮਾ ਨਿਰਮਲ ਸ਼ੁੱਧ ਸਰੂਪ ਹੈ, ਅਗਮ ਹੁੰਦਾ, ਖੌਫ ਤੋਂ ਡਰ ਤੋਂ ਰਹਿਤ ਹੈ, ਤੇ ਅਪਾਰਾ ਬੇਅੰਤ ਗੁਣਾ ਵਾਲਾ ਹੈ। ਉਹ ਪ੍ਰਤੱਖ ਤੱਕੜੀ ਤੋਂ ਬਿਨਾਂ ਹੀ ਸਾਰੇ ਸੰਸਾਰ ਨੂੰ ਤੋਲ ਰਿਹਾ ਹੈ। ਹੋਰਨਾਂ ਦੀ ਅਪੇਖਿਆ ਤੋਂ ਬਿਨਾਂ ਹੀ ਜਿੱਥੇ ਕੋਈ ਹੈ ਉੱਥੇ ਸਭਨਾਂ ਨੂੰ ਜਾਣਦਾ ਹੈ। ਜੋ ਮਨੁੱਖ ਸ਼ਰਧਾ ਨਾਲ ਉਸ ਵਾਹਿਗੁਰੂ ਅੱਗੇ ਸੋ ਇਸ ਤਰ੍ਹਾਂ ਬੇਨਤੀ ਕਰਦਾ ਹੈ ਨਾ, ਉਹ ਸਾਰੇ ਸੰਸਾਰ ਨੂੰ ਮਿਥਿਆ ਰੂਪ ਕਰਕੇ ਵਿਚਾਰਦਾ ਹੈ। ਬਿਨ ਤੱਕੜੀ ਤੋਲੇ ਸੰਸਾਰਾ, ਪ੍ਰਮਾਤਮਾ ਸਾਰੇ ਸੰਸਾਰ ਨੂੰ ਬਿਨਾਂ ਤੱਕੜੀ ਤੋਂ ਹੀ ਤੋਲ ਦਿੰਦਾ ਹੈ। ਪਤਾ ਉਹਨੂੰ ਸਾਰਾ ਕੁਝ, ਅੰਦਾਜ਼ਾ ਲਾ ਲੈਂਦਾ ਹੈ। ਅੰਦਾਜ਼ਾ ਲਾ ਨਹੀਂ ਹੁੰਦਾ। ਕਿੰਨੇ ਲੋਕਾਂ ਦਾ ਇਕੱਠ ਸੀ, ਐ ਗਿਣ ਕੇ ਥੋੜ੍ਹੀ ਦੇਖਦੇ, ਕਹੇ ਲਗਭਗ 20,000 ਬੰਦਾ ਹੋਊ। ਵੀ ਇੰਨੇ ਬੰਦਿਆਂ ਨੂੰ ਫਿਰ ਰੋਟੀ ਕਿੰਨੀ ਕੁ ਹੋਊ, ਕੜਾਹ ਪ੍ਰਸ਼ਾਦ ਕਿੰਨਾ ਬਣਾਉਣਾ ਇਹਨਾਂ ਲਈ। ਕਹਿੰਦੇ ਇੰਨੇ ਬੰਦਿਆਂ ਲਈ 10 ਪੀਪੇ ਘਿਓ ਲੱਗ ਜਾਣੇ। ਬਿਲਕੁਲ ਤੱਕੜੀ ਤੇ ਤੋਲ ਦਿੰਦਾ ਸਿਆਣਾ ਬੰਦਾ। ਇੰਨੇ ਬੰਦੇ ਲਈ ਇੰਨਾ ਲੰਗਰ ਹੋਵੇਗਾ, ਬਿਲਕੁਲ ਐਗਜ਼ੈਕਟ ਉਹੀ ਚੀਜ਼ ਨਿਕਲਦੀ। ਪਰਮਾਤਮਾ ਤੇ ਸਾਰੀ ਸ੍ਰਿਸ਼ਟੀ 84 ਲੱਖ ਜੂਨ ਦਾ ਤੋਲਣ ਹਾਰਾ, ਉਹ ਬੈਠੇ ਹੀ ਤੋਲ ਦਿੰਦਾ ਸਾਰਾ ਕੁਝ। ਗੁਰਮੁਖ ਹੋਵੈ ਸੋਈ ਬੂਝੈ, ਗੁਣ ਕਹਿ ਗੁਣੀ ਸਮਾਵਣਿਆ। ਜਿਹੜਾ ਮਨੁੱਖ ਗੁਰਮੁਖ ਹੁੰਦਾ ਉਹੀ ਉਸ ਵਾਹਿਗੁਰੂ ਨੂੰ ਜਾਣਦਾ। ਉਹ ਗੁਣਾਂ ਨੂੰ ਕਹਿ ਕੇ ਗੁਣੀ ਜੋ ਪ੍ਰਮਾਤਮਾ ਹੈ ਨਾ, ਉਹਦੇ ਵਿੱਚ ਭੇਦ ਹੋ ਜਾਂਦਾ। ਹਉ ਵਾਰੀ ਜਿਉ ਵਾਰੀ ਹਰਿ ਕਾ ਨਾਮ ਮਨ ਵਸਾਵਣਿਆ। ਉਸ ਗੁਰਮੁਖ ਤੋਂ ਮੈਂ ਤਨ ਕਰਕੇ ਬਲਿਹਾਰ ਬਲਿਹਾਰ ਜਿਉ, ਵਾਰੀ ਕਰਕੇ ਮਨ ਕਰਕੇ ਬਲਿਹਾਰ ਬਲਿਹਾਰ। ਜਿਸ ਗੁਰਮੁਖ ਨੇ ਵਾਹਿਗੁਰੂ ਦਾ ਨਾਮ ਮਨ ਵਿੱਚ ਵਸਾਉਣਾ ਕੀਤਾ। ਜੋ ਸੱਚ ਲਾਗੇ ਸੇ ਅੰਦਿਨ ਜਾਗੇ, ਦਰ ਸੱਚੈ ਸੋਭਾ ਪਾਵਣਿਆ ਰਹਾਉ। ਜਿਹੜੇ ਮਹਾਰਾਜ ਜੀ ਕਹਿੰਦੇ ਸੱਚੇ ਨਾਮ 'ਚ ਲੱਗੇ ਹੋਏ ਨੇ, ਉਹ ਰਾਤ ਦਿਨ ਜਾਗਰਤ ਅਵਸਥਾ ਵਿੱਚ ਨੇ, ਭਾਵੇਂ ਸੁੱਤੇ ਪਏ ਨੇ। ਸੁੱਤੇ ਵੀ ਪਏ ਨੇ ਤਾਂ ਵੀ ਜਾਗਦੇ ਨੇ, ਕਿਉਂਕਿ ਉਹਨਾਂ ਦਾ ਮਨ ਫੇਰ ਵੀ ਨਾਮ ਵਿੱਚ ਹੀ ਜੁੜਿਆ ਹੋਇਆ। ਅਤੇ ਉਹ ਸੱਚੇ ਦਰਬਾਰ ਵਿੱਚ ਜਾ ਕੇ ਸੋਭਾ ਪ੍ਰਾਪਤ ਕਰਦੇ, ਸੱਚਖੰਡ ਵਿੱਚ ਵਿਸ਼ਰਾਮ ਦੇ ਕੇ ਕਹਿੰਦੇ, ਆਪ ਸੁਣੈ ਤਾਂ ਆਪੇ ਵੇਖੈ, ਜਿਸਨੂੰ ਨਦਰ ਕਰੇ ਸੋਈ ਜਨ ਲੇਖੈ। ਉਹ ਵਾਹਿਗੁਰੂ ਆਪ ਹੀ ਜੀਵਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਤੇ ਆਪ ਹੀ ਜੀਵਾਂ ਦੇ ਕਰਤੱਵ ਵੇਖਦਾ ਰਹਿੰਦਾ। ਆਪ ਹੀ ਜਗਿਆਸੂ ਰੂਪ ਹੋ ਕੇ ਨਾਮ ਨੂੰ ਸੁਣਦਾ, ਆਪ ਹੀ ਸਵੈ ਸਰੂਪ ਨੂੰ ਵੇਖਦਾ। ਜਿਹਦੇ ਉੱਤੇ ਕਿਰਪਾ ਕਰਦਾ ਉਹੀ ਜਨ ਜਿਹੜਾ ਲੇਖੇ ਵਿੱਚ ਪੈਂਦਾ, ਭਾਵ ਪ੍ਰਵਾਨ ਹੋ ਜਾਂਦਾ। ਆਪੇ ਲਾਏ ਲਏ ਸੋ ਲਾਗੈ, ਗੁਰਮੁਖ ਸੱਚ ਕਮਾਵਣਿਆ। ਜਿਹਨੂੰ ਆਪਣੇ ਵੱਲ ਲਾ ਲੈਂਦਾ ਉਹੀ ਲੱਗਦਾ। ਉਹੀ ਗੁਰਮੁਖ ਗੁਰਾਂ ਦੁਆਰੇ ਸੱਚੇ ਨਾਮ ਨੂੰ ਕਮਾਉਂਦਾ, ਜਿਹਨੂੰ ਉਹਨੇ ਲਾਉਣਾ ਪ੍ਰੇਰਨਾ ਦੇ ਕੇ। ਬੈਠਾ ਤਾਂ ਆਪ ਹੀ ਹੈ, ਨਹੀਂ ਤਾਂ ਜੇ ਪੁੱਠੀ ਪ੍ਰੇਰਨਾ ਹੁੰਦੀ ਫਿਰ ਪੁੱਠੇ ਹੀ ਪਾਸੇ ਦੌੜਦਾ। ਜਦ ਤੱਕ ਗੁਰੂ ਦੀ ਬਾਣੀ ਚੱਲਦੀ ਉਦੋਂ ਤੱਕ ਦੌੜਿਆ ਪਰੇ ਨੂੰ, ਕਥਾ ਕੀਰਤਨ, ਫੇਰ ਆ ਗਿਆ ਬਾਅਦ 'ਚ। ਜਦੋਂ ਸਮਾਪਤੀ ਹੋ ਗਈ ਫੇਰ ਆ ਗਿਆ। ਇੰਨੀ ਦੇਰ ਕਿੱਥੇ ਦੌੜਿਆ ਰਿਹਾ? ਪਰਮਾਤਮਾ ਹੀ ਲੈ ਗਿਆ ਪ੍ਰੇਰਨਾ ਦੇ ਕੇ। ਇਹਦੇ ਕੰਨ 'ਚ ਨਹੀਂ ਪਾਉਣਾ। ਕਿਉਂ ਜੀ? ਕਹਿੰਦੇ ਹਉਮੈ ਬਹੁਤ ਹੈ ਇਹਦੇ ਅੰਦਰ, ਤੇ ਇਹਨੂੰ ਪ੍ਰਵਾਨ ਹੀ ਨਹੀਂ ਹੋਣੀਆਂ ਉਹ ਚੀਜ਼ਾਂ, ਇਸ ਕਰਕੇ ਇਹਨੂੰ ਸੁਣਾਓ ਹੀ ਨਾ। ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਜਿਹਨੂੰ ਵਾਹਿਗੁਰੂ ਆਪ ਆਪਣੇ ਵੱਲੋਂ ਭੁਲਾਉਂਦਾ ਉਹ ਬੰਦਾ ਕਿੱਥੇ ਕੁ ਹੱਥ ਪਾਊਗਾ? ਉਹਨੇ ਨਹੀਂ ਇੱਧਰ ਨੂੰ ਆਉਣਾ ਹੈ। ਜੋ ਪੂਰਵ ਪਿਛਲੇ ਕਰਮਾਂ ਦਾ ਲੇਖ ਲਿਖਿਆ ਗਿਆ ਉਹ ਭੋਗੇ ਤੋਂ ਬਗੈਰ ਮੇਟਿਆ ਨਹੀਂ ਜਾ ਸਕਦਾ। ਆਪਾਂ ਤੇ ਜ਼ੋਰ ਲਾਉਨੇ ਆ। ਜਿਨ ਸਤਿਗੁਰ ਮਿਲਿਆ ਸੇ ਵਡਭਾਗੀ, ਪੂਰਾ ਕਰਮ ਮਿਲਾਵਣਿਆ। ਹੁਣ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਿਲਿਓ ਵਡਭਾਗੀ ਬੰਦੇ, ਪਰ ਪੂਰਿਆਂ ਕਰਮਾਂ ਨਾਲ ਹੀ ਸਤਿਗੁਰਾਂ ਦਾ ਮਿਲਾਪ ਹੁੰਦਾ। ਪੇਜੜਾ ਧਨ ਅੰਦਨ ਸੁੱਤੇ, ਕੰਤ ਵਿਸਾਰੇ ਅਵਗੁਣ ਮੁੱਤੇ। ਜੋ ਜੀਵ ਰੂਪ ਇਸਤਰੀ ਇਸ ਲੋਕ ਦੇ ਵਿੱਚ, ਇਸ ਲੋਕ ਰੂਪ ਪੇਕੇ ਘਰ 'ਚ ਰਾਤ ਦਿਨ ਮੋਹ ਰੂਪ ਨੀਂਦ ਸੁੱਤੀ ਹੈ, ਪਦਾਰਥਾਂ ਵਿੱਚ ਸਵਾਦਾਂ ਵਿੱਚ ਸੁੱਤੀ ਪਈ ਹੈ। ਉਹਨੂੰ ਕੰਤ ਨੇ ਭੁਲਾ ਹੀ ਛੱਡਿਆ। ਉਹ ਕਹਿੰਦੇ ਇਹਦਾ ਖਹਿੜਾ ਹੀ ਛੱਡੋ ਪਰੇ, ਕਿਉਂਕਿ ਔਗਣਾ ਕਰਕੇ ਛੁੱਟੜ ਹੋ ਗਈ ਪ੍ਰਮਾਤਮਾ ਤੋਂ। ਕਹਿੰਦੇ ਇਹ ਤਾਂ ਕਦੇ ਪਾਠ ਹੀ ਨਹੀਂ ਕਰਕੇ ਰਾਜੀ ਹੈ।
ਜਦ ਦੇਖੋ ਖਾਣ ਦਾ ਗੱਲ, ਜਦ ਦੇਖੋ ਕੱਪੜਿਆਂ ਦੀ ਗੱਲ, ਜਦ ਦੇਖੋ ਹੋਰ ਗੱਲਾਂ, ਜਦ ਦੇਖੋ ਵਿਸ਼ਿਆਂ ਦੀਆਂ ਗੱਲਾਂ। ਉਹ ਇਹਨੂੰ ਛੱਡੋ ਪਰੇ, ਪਰਮਾਤਮਾ ਭੁਲਾਈ ਨਹੀਂ। ਸੋ ਮੂਆ ਜਿਸ ਮਨੋਂ ਵਿਸਾਰੇ, ਆਨ ਦਿਨ ਸਦਾ ਫਿਰੈ ਬਿਲਲਾਂਦੀ, ਬਿਨ ਫਿਰ ਨੀਂਦ ਨਾ ਪਾਵਣਿਆ। ਉਹ ਰਾਤ ਦਿਨ ਐਵੇਂ ਬਿਰਲਾਪ ਕਰਦੀ ਫਿਰਦੀ ਰਹਿੰਦੀ, ਪਤੀ ਤੋਂ ਬਿਨਾਂ ਹੋਣ ਕਰਕੇ ਸ਼ਾਂਤੀ ਰੂਪ ਨੀਂਦ ਪ੍ਰਾਪਤ ਨਹੀਂ ਹੁੰਦੀ, ਮਨ ਟਿਕਾਉ 'ਚ ਨਹੀਂ ਬਣਦਾ, ਤੜਫਦਾ ਫਿਰਦਾ ਜਾ ਕੇ। ਪੇਜੜਾ ਸੁਖਦਾਤਾ ਜਾਤਾ, ਹਉਮੈ ਮਾਰ ਗੁਰ ਸ਼ਬਦ ਪਛਾਤਾ। ਜਿਨ੍ਹਾਂ ਨੇ ਪੇਕੇ ਜਿਹੜੇ ਆਪਣੇ ਮਾਤ ਲੋਕ ਰੂਪ ਪੇਕੇ ਘਰ 'ਚ ਰਹਿੰਦੇ ਆ, ਜਿਹਨੇ ਗੁਰੂ ਦੇ ਸ਼ਬਦ ਨੂੰ ਪਛਾਣ ਕੇ ਹੰਗਤਾ ਮਮਤਾ ਨੂੰ ਮਾਰਿਆ ਤੇ ਸੁਖਦਾ ਤੇ ਵਾਹਿਗੁਰੂ ਦਾ ਸਿਮਰਨ ਕਰਨਾ ਜਿਨ੍ਹਾਂ ਨੇ ਜਾਣਿਆ, ਸੇਜ ਸੁਹਾਵੀ ਸਦਾ ਪਿਰ ਰਾਵੇ, ਸੱਚ ਸਿੰਗਾਰ ਬਣਾਵਣਿਆ। ਉਹਦੀ ਅੰਤःਕਰਨ ਰੂਪੀ ਸੇਜਾ ਸੋਭਨੀਕ ਹੋ ਗਈ। ਉਹ ਸਦਾ ਹੀ ਵਾਹਿਗੁਰੂ ਦੇ ਆਨੰਦ ਨੂੰ ਭੋਗਦੀ ਆਤਮਿਕ ਤੌਰ ਤੇ। ਸਰੀਰਕ ਭੋਗ ਵੱਖਰੇ ਆ। ਸਵੇਰੇ ਵੀ ਕਥਾ 'ਚ ਆਇਆ, ਆਤਮਿਕ ਆਨੰਦ ਕਿੰਨਾ ਕੁ ਹੈ ਕਿਤੇ। ਵਾਹਿਗੁਰੂ ਮੰਤਰ ਦੇ ਅਭਿਆਸ ਵਿੱਚ ਪ੍ਰਮਾਤਮਾ ਦਾ ਮਿਲਾਪ ਹੀ ਆਤਮਿਕ ਆਨੰਦ। ਉਹਦਾ ਸਾਧਨਾ ਰੂਪ ਸ਼ਿੰਗਾਰ ਬਣਾਇਆ ਹੋਇਆ ਵੀ ਸਫਲਾ ਹੋ ਗਿਆ ਹੁਣ, ਕਿਉਂਕਿ ਜਿੰਨੇ ਉਹਨੇ ਅੱਜ ਤੱਕ ਜਪ ਤਪ ਕੀਤੇ ਉਹ ਵੀ ਸਫਲੇ ਕਰਤੇ ਪ੍ਰਮਾਤਮਾ ਨੇ, ਕਿਉਂਕਿ ਸ਼ਬਦ ਨਾਲ ਜੁੜਿਆ, ਉਹਨੇ ਗੱਲ ਮੰਨੀ ਹੈ। ਬਹੁਤ ਲੋਕ ਗੱਲ ਹੀ ਨਹੀਂ ਮੰਨਦੇ। ਮਹਾਰਾਜ ਕਹਿੰਦੇ ਨਹੀਂ ਮੰਨਦੇ, ਇਹਨੂੰ ਛੱਡੋ ਪਰੇ, ਤੁਰੇ ਫਿਰਨ ਤੋਂ ਜਿੱਥੇ ਜਾਂਦੇ ਜਾਣ ਦੋ। 184 ਜੀ ਉਪਾਏ, ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ। ਜਿਸ ਵਾਹਿਗੁਰੂ ਨੇ 84 ਲੱਖ ਜੀ ਪੈਦਾ ਕੀਤੇ ਆ, ਜੀ ਜੰਤ 84 ਲੱਖ ਜੂਨਾਂ ਬਣਾਈਆਂ, ਉਹ ਜੀ ਤੇ ਕਿਰਪਾ ਦ੍ਰਿਸ਼ਟੀ ਕਰਦਾ, ਉਹ ਗੁਰਾਂ ਨਾਲ ਮਿਲਾਉਂਦਾ ਉਹਨੂੰ। ਘੋੜੇ ਨੇ ਸੇਵਾ ਕੀਤੀ, ਨੀਲੇ ਨੇ, ਬਾਜ ਨੇ ਵੀ ਸੇਵਾ ਕੀਤੀ, ਦਰਖਤਾਂ ਨੇ ਵੀ ਸੇਵਾ ਕੀਤੀ, ਪਸ਼ੂਆਂ ਨੇ ਸੇਵਾ, ਪੰਛੀਆਂ ਨੇ ਵੀ ਸੇਵਾ ਕਰ ਲਈ ਉਹਨਾਂ ਨੇ। ਜਿੰਨਾ ਉੱਤੇ ਕਿਰਪਾ ਹੋ ਜਾਂਦੀ ਆ, ਉਹ ਤਾਂ ਕਿਸੇ ਜੂਨੀ 'ਚ ਹੋਣ ਉਹ ਸੇਵਾ ਲੈ ਲੈਂਦੇ ਮਹਾਰਾਜ ਉਹਨਾਂ ਤੋਂ। ਬਸ ਨਿਗਾਹ ਹੋਣੀ ਚਾਹੀਦੀ ਸੱਚੇ ਪਾਤਸ਼ਾਹ ਦੀ। ਕਿਲ ਵਿਖ ਕਾਟ ਸਦਾ ਜਨ ਨਿਰਮਲ, ਦਸ ਸੱਚਾ ਨਾਮ ਸੁਹਾਵਣਿਆ। ਉਹ ਪੁਰਸ਼ ਪਾਪਾਂ ਨੂੰ ਕੱਟ ਕੇ ਸਦਾ ਹੀ ਨਿਰਮਲ ਹੋ ਗਿਆ ਹੈ ਤੇ ਸੱਚੇ ਨਾਮੀ ਦੇ ਨਾਮ ਕਰਕੇ ਦਰਗਾਹ ਵਿੱਚ ਸੋਭਾ ਵਾਲਾ ਹੁੰਦਾ। ਉਹ ਲੇਖਾ ਮੰਗੈ ਤਾਂ ਕਿੰਦੀਐ, ਸੁਖ ਨਾਹੀ ਫੁੰਦੂਐ ਤੀਐ। ਜਿਸ ਵੇਲੇ ਵਾਹਿਗੁਰੂ ਕਰਮਾਂ ਦਾ ਲੇਖਾ ਮੰਗੇਗਾ ਤਾਂ ਦੱਸੋ ਕਿਸ ਪਾਸੋਂ ਦਿੱਤਾ ਜਾਏਗਾ। ਇਹਦੀ ਜਗ੍ਹਾ ਲੇਖਾ ਕਿਹਨੇ, ਦੂਏ ਤੇ ਇਹਨੇ ਦੇਣਾ ਕਿਸੇ ਨੇ, ਕਹਿੰਦੇ ਇਹਨੇ ਆਪੇ ਹੀ ਲੇਖਾ ਦੇਣਾ, ਹੋਰ ਕਿਹਨੇ ਦੇਣਾ। ਦੂਆ ਹੁੰਦੀ ਦਵੈਤ, ਤੀਆ ਹੁੰਦੀ ਤਿੰਨਾਂ ਗੁਣਾਂ ਵਿੱਚ ਮਾਇਆ ਵਿੱਚ ਲੱਗਣੇ ਕਰਕੇ, ਇੱਕ ਯੱਗ, ਦੂਜੇ ਵਰਤ, ਤੀਜੇ ਤੀਰਥ ਯਾਤਰਾ, ਇਹਨਾਂ ਦੇ ਕਰਨੇ ਕਰਕੇ ਸੁੱਖ ਕਦੇ ਨਹੀਂ ਹੋਣਾ। ਇਹ ਚੀਜ਼ਾਂ ਹੁੰਦੀਆਂ ਥੱਲੇ ਥੱਲੇ ਦੀਆਂ। ਸਤਜੁਗ ਸਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, तीनों युग तीनों ਜਿਹੜੇ कल केवल नाम आधार। महाराज ਇਹਨਾਂ ਨੂੰ ਵੀ ਮਿਲਾ ਲਓ। ਪਰਉਪਕਾਰੀ ਤਾਂ ਫਿਰ ਵੀ ਬੇਨਤੀ ਕਰੀ ਜਾਂਦੇ, ਮਹਾਰਾਜ ਇਹਦੇ ਕਿਹੜਾ ਵੱਸ ਹੈ, ਤੁਸੀਂ ਆਪ ਪ੍ਰੇਰਣਾ ਦੇ ਕੇ ਪਰੇ ਨੂੰ ਭੇਜਤਾ, ਇਹਨੂੰ ਵੀ ਮੋੜ ਲਿਆਓ। ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਣਿਆ। ਕਹਿੰਦੇ ਤਾਂ ਸੱਚਾ ਵਾਹਿਗੁਰੂ ਆਪ ਹੀ ਔਗੁਣਾਂ ਨੂੰ ਬਖਸ਼ ਲੈਂਦਾ, ਫਿਰ ਬਖਸ਼ ਕੇ ਆਪ ਨਾਲ ਮਿਲਾ ਲੈਂਦਾ। ਉਹਦੀ ਮਰਜ਼ੀ ਹੈ, ਆਪਾਂ ਨਹੀਂ ਕੁਝ ਕਰ ਸਕਦੇ ਇਹਦੇ 'ਚ। ਆਪ ਕਰੇ ਤੈਂ ਆਪ ਕਰਾਏ, ਪੂਰੇ ਗੁਰ ਕੈ ਸ਼ਬਦ ਮਿਲਾਏ। ਇਹ ਤਾਂ ਵਾਹਿਗੁਰੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ, ਆਪ ਹੀ ਜੀਵਾਂ ਤੋਂ ਕਰਮ ਕਰਾਉਂਦਾ, ਆਪ ਹੀ ਫਲ ਦੇਣਾ ਕਰਦਾ। ਪੂਰਿਆਂ ਗੁਰਾਂ ਦੇ ਉਪਦੇਸ਼ ਗ੍ਰਹਿਣ ਕਰਨ ਵਾਲਿਆਂ ਨੂੰ ਆਪਣੇ ਨਾਲ ਆਪ ਹੀ ਮਿਲਾ ਲੈਂਦਾ। ਨਾਨਕ ਨਾਮ ਮਿਲੈ ਵਡਿਆਈ, ਆਪੇ ਮੇਲ ਮਿਲਾਵਣਿਆ। ਜਿਨ੍ਹਾਂ ਨੂੰ ਵਾਹਿਗੁਰੂ ਆਪ ਗੁਰਾਂ ਦੇ ਨਾਲ ਪਹਿਲਾਂ ਮਿਲਾਉਂਦਾ, ਸਤ ਸੰਗਤ ਵਿੱਚ ਲੈ ਆਉਂਦਾ, ਉਹਨਾਂ ਨੂੰ ਨਾਮ ਦੀ ਵਡਿਆਈ ਫਿਰ ਮਿਲ ਜਾਂਦੀ। ਜਿਹਦਾ ਹੁਣ ਸੁਰਤੀ ਮਾਇਆ 'ਚ ਹੈ, ਉਹਨੂੰ ਕੀ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਇਹਨਾਂ ਨੂੰ ਛੱਡੋ, ਜਿਨ੍ਹਾਂ ਨੂੰ ਅਸੀਂ ਬਖਸ਼ ਲੈਂਦੇ ਹਾਂ, ਉਹਨਾਂ ਨੂੰ ਲਿਆਉਂਦੇ ਹਾਂ, ਉਹਨਾਂ ਨਾਮ ਜਪਾਉਂਦੇ ਹਾਂ, ਉਹਨਾਂ ਨੂੰ ਸੱਚਾ ਨਾਮ ਧਨ ਬਖਸ਼ਿਸ਼ ਕਰਕੇ ਉਹਦਾ ਜੰਮਣਾ ਮਰਨਾ ਹੀ ਮੇਟ ਦਿੰਦੇ ਹਾਂ। ਕਿਉਂ ਸਤਿਗੁਰੂ ਮਹਾਰਾਜ ਨੇ 3 ਪਾਵਨ ਸ਼ਬਦਾਂ ਦੇ ਰਾਹੀਂ ਬਖਸ਼ਿਸ਼ਾਂ ਕੀਤੀਆਂ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਵਾਹਿਗੁਰੂ 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 ਵਾਹਿਗੁਰੂ